ਗੁੱਡ ਈਵਨਿੰਗ ਟੂ ਆਲ। ਆਵਾਜ਼ ਆ ਰਹੀ ਮੇਰੀ? ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰਕੇ ਦੱਸ ਦਿਓ, ਚੈਟ ਬਾਕਸ ਦੇ ਵਿੱਚ, ਕਿਉਂਕਿ ਮਾਈਕ ਸਭ ਦੇ ਮਿਊਟ ਕੀਤੇ ਹੋਏ ਆ ਮੈਂ। ਓਕੇ, ਸੋ ਅੱਜ ਦਾ ਟੌਪਿਕ ਜੋ ਹੈ ਪੋਲਿਟੀ MCQ ਵਿਦ ਕਰੰਟ ਅਫੇਅਰ। ਸੋ ਸਬ ਐਗਜ਼ਾਮ ਦੇ ਲਈ ਆ, ਅਗਰ ਤੁਸੀਂ ਪੰਜਾਬ ਔਰ ਸੈਂਟਰ ਲੈਵਲ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਾਂ ਪੋਲਿਟੀ ਸੈਕਸ਼ਨ ਕਵਰ ਕਰਾਂਗੇ, ਫਿਰ ਕਰੰਟ ਅਫੇਅਰ ਦੇ ਉੱਪਰ ਜੋ ਕੁਐਸਚਨ ਆ ਉਹ ਕਰਾਂਗੇ ਡਿਸਕਸ। ਸੋ ਸਭ ਨੂੰ ਪਤਾ ਹੈ ਕਿ ਆਨਸਰ ਤੁਹਾਡੇ ਜੋ ਹੈ ਚੈਟ ਬਾਕਸ ਦੇ ਵਿੱਚ ਆਉਣਗੇ ਔਰ YouTube ਤੇ ਵੀਡੀਓ ਦੇਖਣ ਟਾਈਮ ਜੋ ਹੈ ਕਮੈਂਟ ਬਾਕਸ ਦੇ ਵਿੱਚ। ਸੋ ਸਭ ਤੋਂ ਪਹਿਲਾਂ ਇੱਕ ਮੋਟੀਵੇਸ਼ਨਲ ਥੋਟ ਹੈ, ਜੇਕਰ ਜ਼ਿੰਦਗੀ ਵਿੱਚ ਕੁਝ ਬਣਨਾ ਹੈ ਤਾਂ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖੋ। ਤੁਹਾਡੀ ਖੁਦ ਦੀ ਜ਼ਿੰਦਗੀ ਉਹਨਾਂ ਗਲਤੀਆਂ ਨੂੰ ਕਰਕੇ ਸਿੱਖਣ ਵਿੱਚ ਬਹੁਤ ਥੋੜੀ ਹੈ। ਠੀਕ ਹੈ ਨਾ, ਕਿ ਆਪਾਂ ਹਰੇਕ ਚੀਜ਼ ਜੋ ਹੈ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਸਿੱਖ ਸਕਦੇ, ਦੂਜਿਆਂ ਦੀਆਂ ਗਲਤੀਆਂ ਨੂੰ ਵੇਖ ਕੇ ਸਿੱਖੋ ਔਰ ਉਹਨਾਂ ਗਲਤੀਆਂ ਨੂੰ ਨਾ ਦੁਹਰਾਓ। ਫਰਸਟ ਜੋ ਟੌਪਿਕ ਹੈ ਪੋਲਿਟੀ ਦਾ, ਯੂਨੀਅਨ ਐਂਡ ਇਟਸ ਟੈਰੀਟਰੀ, ਮਤਲਬ ਸੰਘ ਅਤੇ ਇਸ ਦਾ ਖੇਤਰ। ਫਰਸਟ ਕੁਐਸਚਨ ਹੈ, ਸੰਵਿਧਾਨ ਦੇ ਕਿਸ ਭਾਗ ਵਿੱਚ ਸੰਘ ਅਤੇ ਇਸ ਦੇ ਖੇਤਰ ਦੀ ਗੱਲ ਕੀਤੀ ਹੈ? ਆਪਸ਼ਨ ਏ ਹੈ ਭਾਗ 1, ਆਪਸ਼ਨ ਬੀ ਹੈ ਭਾਗ 2, ਆਪਸ਼ਨ ਸੀ ਹੈ ਭਾਗ 3, ਆਪਸ਼ਨ ਡੀ ਹੈ ਭਾਗ 4। ਸੰਵਿਧਾਨ ਦੇ ਕਿਸ ਪਾਰਟ ਦੇ ਵਿੱਚ ਯੂਨੀਅਨ ਐਂਡ ਇਟਸ ਟੈਰੀਟਰੀ ਦੀ ਗੱਲ ਕੀਤੀ ਹੈ? 2 ਆ ਰਿਹਾ, ਏ ਆ ਰਿਹਾ, ਮੋਸਟਲੀ ਏ ਹੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ, ਭਾਗ 1 ਦੇ ਵਿੱਚ ਆਰਟੀਕਲ 1 ਤੋਂ ਲੈ ਕੇ 4 ਤੱਕ ਜੋ ਹੈ ਯੂਨੀਅਨ ਐਂਡ ਇਟਸ ਟੈਰੀਟਰੀ ਦੀ ਗੱਲ ਕੀਤੀ ਹੈ। ਆਰਟੀਕਲ ਕਿੰਨੇ ਤੋਂ ਲੈ ਕੇ? ਆਰਟੀਕਲ 1 ਤੋਂ ਲੈ ਕੇ 4 ਤੱਕ। ਨੈਕਸਟ ਕੁਐਸਚਨ ਹੈ, ਆਰਟੀਕਲ 1 ਅਨੁਸਾਰ ਭਾਰਤ ਨੂੰ ਕਿਹਾ ਗਿਆ ਹੈ? ਆਪਸ਼ਨ ਏ ਹੈ ਰਾਜਾਂ ਦਾ ਸਮੂਹ, ਆਪਸ਼ਨ ਬੀ ਹੈ ਰਾਜਾਂ ਦਾ ਸੰਘ, ਆਪਸ਼ਨ ਸੀ ਹੈ ਦੋਨੋਂ ਏ ਅਤੇ ਬੀ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਆਰਟੀਕਲ 1 ਦੇ ਅਕੋਰਡਿੰਗ ਭਾਰਤ ਨੂੰ ਕੀ ਕਿਹਾ ਗਿਆ ਹੈ? ਬੀ ਆ ਰਿਹਾ, ਸੀ ਆ ਰਿਹਾ, ਏ ਮਨਦੀਪ ਸਿੰਘ ਦਾ ਆਇਆ, ਮੋਸਟਲੀ ਬਾਕੀ ਸਭ ਦਾ ਬੀ ਆਇਆ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਆਰਟੀਕਲ 1 ਦੇ ਅਕੋਰਡਿੰਗ ਭਾਰਤ ਨੂੰ ਰਾਜਾਂ ਦਾ ਸੰਘ ਕਿਹਾ ਗਿਆ ਹੈ। ਇਸ ਦਾ ਕੀ ਮੀਨਿੰਗ ਹੈ ਕਿ ਕੋਈ ਵੀ ਰਾਜ ਜੋ ਹੈ ਭਾਰਤ ਤੋਂ ਅਲੱਗ ਹੋਣ ਦਾ ਅਧਿਕਾਰ ਨਹੀਂ ਰੱਖਦਾ। ਠੀਕ ਹੈ, ਭਾਰਤੀ ਸੰਘ ਜੋ ਹੈ ਕਿਸੇ ਸਮਝੌਤੇ ਦਾ ਸਿੱਟਾ ਨਹੀਂ ਹੈ, ਜਿਵੇਂ ਅਮਰੀਕਾ ਹੈ। ਅਮਰੀਕਾ ਦੇ ਵਿੱਚ ਕੀ ਹੈ, ਰਾਜਾਂ ਨੇ ਸਮਝੌਤਾ ਕੀਤਾ ਹੋਇਆ ਹੈ ਔਰ ਇੱਕ ਕੰਟਰੀ ਬਣਾਈ ਹੈ, ਲੇਕਿਨ ਭਾਰਤ ਦੇ ਵਿੱਚ ਕੋਈ ਵੀ ਰਾਜ ਨੇ ਸਮਝੌਤਾ ਨਹੀਂ ਕੀਤਾ। ਠੀਕ ਹੈ, ਭਾਰਤ ਰਾਜਾਂ ਦਾ ਸੰਘ ਹੈ, ਕੋਈ ਵੀ ਰਾਜ ਨੂੰ ਭਾਰਤ ਤੋਂ ਅਲੱਗ ਹੋਣ ਦਾ ਅਧਿਕਾਰ ਨਹੀਂ ਹੈ। ਨੈਕਸਟ ਕੁਐਸਚਨ ਹੈ, ਆਰਟੀਕਲ 1 ਅਨੁਸਾਰ ਭਾਰਤੀ ਖੇਤਰ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਆਪਸ਼ਨ ਏ ਹੈ 2, ਆਪਸ਼ਨ ਬੀ ਹੈ 4, ਆਪਸ਼ਨ ਸੀ ਹੈ 3, ਆਪਸ਼ਨ ਡੀ ਹੈ 1। यूनियन ऑफ स्टेट्स, बी आ रहा है और सी आ रहा है, बी और सी। अमरजोत का भी बी है, करमजीत कौर का भी बी है, प्रीत शर्मा का भी बी है, मोस्टली सब का आंसर ही बी है। सो इज द राइट आंसर ऑप्शन सी। आर्टिकल 1 ਦੇ ਅਕੋਰਡਿੰਗ ਭਾਰਤ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਕਿਹੜੇ ਕਿਹੜੇ ਆ? ਫਰਸਟ ਹੈ ਸਟੇਟ, ਠੀਕ ਹੈ, ਦੂਸਰਾ ਹੈ ਯੂਨੀਅਨ ਟੈਰੀਟਰੀ ਮਤਲਬ ਕੇਂਦਰ ਸ਼ਾਸਿਤ ਪ੍ਰਦੇਸ਼, ਤੀਸਰਾ ਹੈ ਜੋ ਕਿਸੇ ਵੀ ਸਮੇਂ ਭਾਰਤ ਸਰਕਾਰ ਦੇ ਵਿੱਚ ਭਾਰਤ ਸਰਕਾਰ ਜੋ ਹੈ ਕਬਜ਼ੇ ਵਿੱਚ ਲੈ ਲੇ, ਜਿਵੇਂ ਦਾਦਰਾ ਨਗਰ ਹਵੇਲੀ ਪਾਂਡੇਚੇਰੀ ਨੂੰ ਕਬਜ਼ੇ ਦੇ ਵਿੱਚ ਲਿਆ ਸੀ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਨੂੰ ਸਟੇਟ ਬਣਾ ਦਿੱਤਾ ਗਿਆ ਜਾਂ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ। ਨੈਕਸਟ ਕੁਐਸਚਨ ਹੈ, ਸੰਵਿਧਾਨ ਦੀ ਕਿਸ ਅਨੁਸੂਚੀ ਵਿੱਚ ਰਾਜਾਂ ਅਤੇ ਸੰਘ ਖੇਤਰਾਂ ਦੇ ਨਾਮ ਅਤੇ ਉਹਨਾਂ ਦੇ ਵਿਸਥਾਰ ਬਾਰੇ ਦੱਸਿਆ ਗਿਆ ਹੈ? ਆਪਸ਼ਨ ਏ ਹੈ 9ਵੀਂ ਅਨੁਸੂਚੀ, ਆਪਸ਼ਨ ਬੀ ਹੈ 8ਵੀਂ ਅਨੁਸੂਚੀ, ਆਪਸ਼ਨ ਸੀ ਹੈ 7ਵੀਂ ਅਨੁਸੂਚੀ, ਆਪਸ਼ਨ ਡੀ ਹੈ ਪਹਿਲੀ ਅਨੁਸੂਚੀ। सी और डी आ रहा है,
ਜੋਬਨਪ੍ਰੀਤ ਦਾ ਡੀ ਆਇਆ, ਕਰਮਜੀਤ ਕੌਰ ਦਾ ਸੀ, ਮਣੀ ਦਾ ਵੀ ਸੀ, ਮੀਨਾ ਦਾ ਵੀ ਸੀ, ਰਿੰਕਲ ਦਾ ਡੀ ਆਇਆ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਡੀ। ਸੰਵਿਧਾਨ ਦੀ ਪਹਿਲੀ ਅਨੁਸੂਚੀ ਵਿੱਚ ਰਾਜਾਂ ਅਤੇ ਸੰਘ ਖੇਤਰਾਂ ਦੇ ਨਾਮ ਅਤੇ ਉਹਨਾਂ ਦੇ ਵਿਸਥਾਰ ਬਾਰੇ ਦੱਸਿਆ ਗਿਆ ਹੈ। ਠੀਕ ਹੈ। 7ਵੀਂ ਅਨੁਸੂਚੀ ਜੋ ਹੈ ਉਹ ਸ਼ਕਤੀਆਂ ਦੀ ਵੰਡ ਕਰਦੀ ਹੈ, ਵਿਸ਼ਿਆਂ ਦੀ ਵੰਡ ਕਰਦੀ ਹੈ। ਮਤਲਬ ਕਿਹੜੇ ਵਿਸ਼ਿਆਂ ਤੇ ਸੰਸਦ ਕਾਨੂੰਨ ਬਣਾਏਗੀ, ਕਿਹੜਿਆਂ ਤੇ ਰਾਜ ਕਾਨੂੰਨ ਬਣਾਉਣਗੇ, ਕਿਹੜਿਆਂ ਤੇ ਸੰਸਦ ਔਰ ਰਾਜ ਜੋ ਹੈ ਦੋਨੋਂ ਕਾਨੂੰਨ ਬਣਾਉਣਗੇ, ਉਹ 7ਵੀਂ ਅਨੁਸੂਚੀ ਦੇ ਵਿੱਚ ਦੱਸਿਆ ਗਿਆ। 8ਵੀਂ ਅਨੁਸੂਚੀ ਦੇ ਵਿੱਚ ਲੈਂਗੁਏਜ ਦੇ ਬਾਰੇ ਗੱਲ ਕੀਤੀ ਗਈ ਹੈ। 9ਵੀਂ ਅਨੁਸੂਚੀ ਜੋ ਹੈ ਉਹ ਪੰਚਾਇਤੀ ਰਾਜ ਬਾਰੇ ਦੱਸਦੀ ਹੈ। ਠੀਕ ਹੈ। ਨੈਕਸਟ ਕੁਐਸਚਨ ਹੈ, ਕਿਹੜਾ ਅਨੁਛੇਦ ਸੰਸਦ ਨੂੰ ਸ਼ਕਤੀ ਦਿੰਦਾ ਹੈ ਕਿ ਉਹ ਕਾਨੂੰਨ ਦੁਆਰਾ ਸੰਘ ਵਿੱਚ ਨਵੇਂ ਰਾਜਾਂ ਦੀ ਸਥਾਪਨਾ ਕਰ ਸਕਦੀ ਹੈ? ਆਪਸ਼ਨ ਏ ਆਰਟੀਕਲ 1, ਆਪਸ਼ਨ ਬੀ ਆਰਟੀਕਲ 2, ਆਪਸ਼ਨ ਸੀ ਆਰਟੀਕਲ 3, ਆਪਸ਼ਨ ਡੀ ਆਰਟੀਕਲ 4। ਆਰਟੀਕਲ 3 ਆ ਰਿਹਾ ਮੋਸਟਲੀ ਆਨਸਰ, ਬੀ ਆ ਰਿਹਾ ਔਰ ਸੀ ਵੀ ਆਇਆ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ। ਆਰਟੀਕਲ 2 ਦੇ ਅਕੋਰਡਿੰਗ ਕਿਹਾ ਗਿਆ ਕਿ ਪਾਰਲੀਮੈਂਟ ਜੋ ਹੈ ਇੰਡੀਆ ਦੀ, ਉਹ ਨਵੇਂ ਰਾਜਾਂ ਨੂੰ ਭਾਰਤੀ ਸੰਘ ਦੇ ਵਿੱਚ ਸ਼ਾਮਿਲ ਕਰ ਸਕਦੀ ਹੈ। ਨਵੇਂ ਰਾਜ ਦਾ ਮਤਲਬ ਕੀ ਹੈ? ਉਹ ਰਾਜ ਜਿਹੜੇ ਹੋਂਦ ਵਿੱਚ ਨਹੀਂ ਆਏ, ਮਤਲਬ ਭਾਰਤੀ ਖੇਤਰ ਦਾ ਹਿੱਸਾ ਨਹੀਂ ਗਏ। ਜਿਵੇਂ ਗੋਆ ਪਹਿਲਾਂ ਭਾਰਤੀ ਖੇਤਰ ਦਾ ਹਿੱਸਾ ਨਹੀਂ ਸੀ, ਦਾਦਰਾ ਨਗਰ ਹਵੇਲੀ ਭਾਰਤ ਦਾ ਹਿੱਸਾ ਨਹੀਂ ਸੀ, ਫਰਾਂਸੀਸੀਆਂ ਦੇ ਕਬਜ਼ੇ ਵਿੱਚ ਸੀ। ਠੀਕ ਹੈ। ਇਸ ਤਰ੍ਹਾਂ ਇਹੋ ਜਿਹੇ ਪ੍ਰਦੇਸ਼ਾਂ ਨੂੰ ਜਦੋਂ ਆਪਣੇ ਕਬਜ਼ੇ ਵਿੱਚ ਲੈਂਦੀ ਹੈ ਤਾਂ ਆਰਟੀਕਲ 2 ਦੇ ਅਕੋਰਡਿੰਗ ਜੋ ਹੈ ਉਹ ਇਹਦੇ ਵਿੱਚ ਆਉਂਦਾ ਹੈ ਕਿ ਨਵੇਂ ਰਾਜਾਂ ਦੀ ਸਥਾਪਨਾ ਕਰ ਸਕਦੀ ਹੈ। ਨੈਕਸਟ ਕੁਐਸਚਨ ਹੈ, ਕਿਹੜਾ ਅਨੁਛੇਦ ਭਾਰਤੀ ਸੰਘ ਦੇ ਰਾਜਾਂ ਵਿੱਚ ਪਰਿਵਰਤਨ ਕਰਨ ਦਾ ਅਧਿਕਾਰ ਸੰਸਦ ਨੂੰ ਦਿੰਦਾ ਹੈ? ਆਪਸ਼ਨ ਏ ਆਰਟੀਕਲ 1, ਆਪਸ਼ਨ ਬੀ ਆਰਟੀਕਲ 2, ਆਪਸ਼ਨ ਸੀ ਆਰਟੀਕਲ 3, ਆਪਸ਼ਨ ਡੀ ਆਰਟੀਕਲ 4। ਆਰਟੀਕਲ 3 ਆਇਆ ਰਿੰਕਲ ਦਾ, ਮੀਨਾ ਦਾ ਬੀ ਆਇਆ, ਕਰਮਜੀਤ ਕੌਰ ਦਾ ਸੀ ਆਇਆ, ਅਮਨ ਸੇਤੀਆ ਦਾ ਵੀ ਬੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ। ਆਰਟੀਕਲ 3 ਦੇ ਅਕੋਰਡਿੰਗ ਕਿਹਾ ਗਿਆ ਹੈ ਕਿ ਜੋ ਪਾਰਲੀਮੈਂਟ ਹੈ ਕਿਸੇ ਵੀ ਰਾਜ ਦਾ, ਮਤਲਬ ਕਿਸੇ ਵੀ ਸਟੇਟ ਦਾ ਜੋ ਏਰੀਆ ਹੈ ਉਹ ਜਾਂ ਤਾਂ ਵਧਾ ਸਕਦੀ ਹੈ ਜਾਂ ਘਟਾ ਸਕਦੀ ਹੈ, ਮਤਲਬ ਇਨਕਰੀਜ਼ ਕਰ ਸਕਦੀ ਹੈ ਔਰ ਡਿਕਰੀਜ਼ ਕਰ ਸਕਦੀ ਹੈ। ਠੀਕ ਹੈ। ਉਹ ਰਾਜ ਦੀ ਸੀਮਾ ਦੇ ਵਿੱਚ ਵੀ ਪਰਿਵਰਤਨ ਕਰ ਸਕਦੀ ਹੈ ਆਰਟੀਕਲ 3 ਦੇ ਅਕੋਰਡਿੰਗ, ਜੋ ਰਾਜ ਪਹਿਲਾਂ ਦੇ ਵਿੱਚ ਹੋਂਦ ਵਿੱਚ ਨੇ। ਇਸ ਤੋਂ ਇਲਾਵਾ ਰਾਜ ਦਾ ਨਾਮ ਵੀ ਬਦਲ ਸਕਦੀ ਹੈ, ਮਤਲਬ ਸਟੇਟ ਦਾ ਨੇਮ ਵੀ ਚੇਂਜ ਕਰ ਸਕਦੀ ਹੈ ਆਰਟੀਕਲ 3 ਦੇ ਅਕੋਰਡਿੰਗ। ਨੈਕਸਟ ਕੁਐਸਚਨ ਹੈ, ਆਰਟੀਕਲ 3 ਦੇ ਤਹਿਤ ਸੰਸਦ ਨੂੰ ਕਿਸੇ ਰਾਜ ਦਾ ਨਾਮ ਸੀਮਾ ਪਰਿਵਰਤਨ ਕਰਨ ਲਈ ਸੰਸਦ ਵਿੱਚ ਬਿੱਲ ਪੇਸ਼ ਕਰਨ ਤੋਂ ਪਹਿਲਾਂ ਕਿਸ ਦੀ ਮਨਜ਼ੂਰੀ ਲੈਣੀ ਪੈਂਦੀ ਹੈ? ਮੈਂ ਰਿਪੀਟ ਕਰ ਰਿਹਾ, ਆਰਟੀਕਲ 3 ਦੇ ਅਕੋਰਡਿੰਗ ਜੋ ਪਾਰਲੀਮੈਂਟ ਹੈ ਕਿਸੇ ਵੀ ਸਟੇਟ ਦਾ ਨਾਮ, ਉਸ ਦੀ ਸੀਮਾ ਪਰਿਵਰਤਨ ਕਰਨ ਲਈ ਸੰਸਦ ਵਿੱਚ ਬਿੱਲ ਪੇਸ਼ ਕਰਨ ਤੋਂ ਪਹਿਲਾਂ ਕਿਸ ਦੀ ਮਨਜ਼ੂਰੀ ਲੈਂਦੀ ਹੈ? ਆਪਸ਼ਨ ਏ ਹੈ ਸੀਜੇਆਈ, ਮਤਲਬ ਚੀਫ ਜਸਟਿਸ ਆਫ ਇੰਡੀਆ, ਆਪਸ਼ਨ ਬੀ ਹੈ ਮੰਤਰੀ ਪਰਿਸ਼ਦ, ਆਪਸ਼ਨ ਸੀ ਹੈ ਪ੍ਰਧਾਨ ਮੰਤਰੀ, ਆਪਸ਼ਨ ਡੀ ਹੈ ਰਾਸ਼ਟਰਪਤੀ। ਪ੍ਰੈਜ਼ੀਡੈਂਟ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਡੀ, ਪ੍ਰੈਜ਼ੀਡੈਂਟ ਤੋਂ ਜੋ ਹੈ ਮਨਜ਼ੂਰੀ ਲੈਣੀ ਪੈਂਦੀ ਹੈ। ਇੱਕ ਇੱਥੇ ਹੋਰ ਵੀ ਕੁਐਸਚਨ ਬਣਦਾ ਹੈ ਕਿ ਜੋ ਸੰਬੰਧਿਤ ਸਟੇਟ ਦਾ ਨਾਮ ਚੇਂਜ ਕਰਨਾ ਹੈ ਜਾਂ ਉਸ ਦੀ ਸੀਮਾ ਨੂੰ ਚੇਂਜ ਕਰਨਾ ਹੈ, ਉਸ ਦੀ ਵੀ ਮਨਜ਼ੂਰੀ ਲੈਣੀ ਪੈਂਦੀ ਹੈ ਜਾਂ ਨਹੀਂ? ਜੇ ਸਟੇਟ ਦਾ ਨਾਮ ਚੇਂਜ ਕਰਨਾ ਹੈ, ਉਸ ਦੀ ਸੀਮਾ ਚੇਂਜ ਕਰਨੀ ਹੈ, ਉਸ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ ਜਾਂ ਨਹੀਂ? ਯੈਸ, ਨਹੀਂ, ਯੈਸ, ਯੈਸ। ਸੋ ਇਹਨੂੰ ਮੈਂ ਐਕਸਪਲੇਨ ਕਰਦਾ, ਲੈਣੀ ਜ਼ਰੂਰੀ ਹੈ ਜਾਂ ਨਹੀਂ। ਕੀ ਹੁੰਦਾ ਹੈ ਕਿ ਰਾਸ਼ਟਰਪਤੀ ਜੋ ਹੈ ਇਸ ਨੂੰ ਸੰਬੰਧਿਤ ਵਿਧਾਨ ਮੰਡਲ ਦੇ ਵਿੱਚ ਭੇਜਦਾ, ਜਿਸ ਸਟੇਟ ਦਾ ਆਪਾਂ ਨਾਮ ਚੇਂਜ ਕਰਨਾ ਹੈ ਜਾਂ ਸੀਮਾ ਚੇਂਜ ਕਰਨੀ ਹੈ ਪਾਰਲੀਮੈਂਟ ਨੇ। ਠੀਕ ਹੈ। ਔਰ ਉਸ ਵਿਧਾਨ ਮੰਡਲ ਨੂੰ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਕੀ ਹੈ ਆਪਣਾ ਮਤ ਦੇਣਾ ਜ਼ਰੂਰੀ ਹੁੰਦਾ ਹੈ। ਰਾਸ਼ਟਰਪਤੀ ਇਸ ਨੂੰ ਮਤ ਨੂੰ ਜੋ ਹੈ ਮੰਨਣ ਲਈ ਮਜਬੂਰ ਨਹੀਂ ਹੈ, ਮਜਬੂਰ ਨਹੀਂ ਹੈ, ਮਤਲਬ ਉਹਦੀ ਮਨਜ਼ੂਰੀ ਲੈਣੀ ਜ਼ਰੂਰੀ ਨਹੀਂ ਹੈ। ਮਤ ਜਾਣਨਾ ਜ਼ਰੂਰੀ ਹੈ ਔਰ ਸਿਫਾਰਿਸ਼ ਜੋ ਹੈ ਉਹਨੂੰ ਭੇਜਣੀ ਵੀ ਜ਼ਰੂਰੀ ਹੈ। ਠੀਕ ਹੈ। ਲੇਕਿਨ ਮਨਜ਼ੂਰੀ ਜੋ ਹੈ, ਜੋ ਮਤ ਮੰਨਣਾ ਜ਼ਰੂਰੀ ਹੈ ਜਾਂ ਨਹੀਂ, ਇਹ ਰਾਸ਼ਟਰਪਤੀ ਤੇ ਡਿਪੈਂਡ ਕਰਦਾ ਹੈ। ਨੈਕਸਟ ਕੁਐਸਚਨ ਹੈ, ਕਿਸ ਆਰਟੀਕਲ ਅਨੁਸਾਰ ਆਰਟੀਕਲ 2, ਆਰਟੀਕਲ 3 ਅਨੁਸਾਰ ਰਾਜਾਂ ਦੇ ਸੀਮਾ, ਨਾਮ, ਖੇਤਰ ਵਿੱਚ ਪਰਿਵਰਤਨ ਸੰਬੰਧੀ ਜੋ ਸੰਵਿਧਾਨ ਦੇ ਆਰਟੀਕਲ 368 ਅਨੁਸਾਰ ਸੋਧ ਨਹੀਂ ਮੰਨੀ ਜਾਵੇਗੀ?
ऑप्शन ए आर्टिकल 368, ऑप्शन बी आर्टिकल 5, ऑप्शन सी आर्टिकल 4, ऑप्शन डी आर्टिकल 32। मैं क्वेश्चन ਨੂੰ ਰਿਪੀਟ ਕਰ ਰਿਹਾ ਔਰ ਈਜ਼ੀ ਵੇ ਨਾਲ ਦੱਸ ਰਿਹਾ। ਉਹ ਕਿਹੜਾ ਆਰਟੀਕਲ ਹੈ ਜਿੰਦੇ ਅਨੁਸਾਰ ਆਰਟੀਕਲ 2 ਆਰਟੀਕਲ 3 ਦੇ ਅਕੋਰਡਿੰਗ ਜਦੋਂ ਆਪਾਂ ਰਾਜਾਂ ਦੇ ਨਾਮ ਸੀਮਾ ਜਾਂ ਖੇਤਰ ਵਿੱਚ ਪਰਿਵਰਤਨ ਕਰਦੇ ਹਾਂ ਤਾਂ ਉਹ ਜੋ ਹੈ ਆਰਟੀਕਲ 368 ਦੇ ਅਨੁਸਾਰ ਕਨਸਟੀਟਿਊਸ਼ਨਲ ਅਮੈਂਡਮੈਂਟ ਨਹੀਂ ਮੰਨੀ ਜਾਏਗੀ। ਆਰਟੀਕਲ 4 ਆਇਆ ਰਿੰਕਲ ਰਾਣੀ ਦਾ, ਗਗਨਦੀਪ ਕੌਰ ਦਾ ਵੀ ਆਰਟੀਕਲ 4 ਹੈ, ਕਿੱਟੂ ਦਾ ਵੀ ਆਰਟੀਕਲ 4 ਹੈ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਆਰਟੀਕਲ 4 ਦੇ ਅਕੋਰਡਿੰਗ ਜੋ ਹੈ ਇਹ ਸੋਧ ਨਹੀਂ ਮੰਨੀ ਜਾਏਗੀ ਅੰਡਰ ਆਰਟੀਕਲ 368। ਠੀਕ ਹੈ, ਭਾਵ ਕੀ ਹੈ ਸੰਸਦ ਇਸ ਨੂੰ ਸਧਾਰਨ ਬਹੁਮਤ ਦੇ ਦੁਆਰਾ ਜੋ ਹੈ ਪਾਸ ਕਰ ਸਕਦੀ ਹੈ, ਲੇਕਿਨ ਆਰਟੀਕਲ 368 ਦੇ ਵਿੱਚ ਪਾਰਲੀਮੈਂਟ ਨੂੰ ਵਿਸ਼ੇਸ਼ ਬਹੁਮਤ ਦੇ ਦੁਆਰਾ ਜਾਂ ਅੱਧੇ ਰਾਜਾਂ ਦੇ ਵਿਧਾਨ ਮੰਡਲਾਂ ਦੀ ਲੋੜ ਹੁੰਦੀ ਹੈ ਸਧਾਰਨ ਬਹੁਮਤ ਦੀ, ਲੇਕਿਨ ਅੰਡਰ ਆਰਟੀਕਲ 4 ਦੇ ਅਕੋਰਡਿੰਗ ਜੋ ਹੈ ਉਹ 368 ਦੇ ਵਿੱਚ ਜੋ ਹੈ ਨਹੀਂ ਹੋਏਗੀ। ਮਤਲਬ ਇਸ ਵਿੱਚ ਵਿਸ਼ੇਸ਼ ਬਹੁਮਤ ਦੀ ਲੋੜ ਨਹੀਂ ਪੈਂਦੀ। ਨੈਕਸਟ ਕੁਐਸਚਨ ਹੈ ਭਾਸ਼ਾਈ ਪ੍ਰਾਂਤ ਆਯੋਗ ਦਾ ਪ੍ਰਧਾਨ ਕੌਣ ਸੀ? ਆਪਸ਼ਨ ਏ ਹੈ JL ਨਹਿਰੂ, ਆਪਸ਼ਨ ਬੀ ਹੈ SK ਧਰ, ਆਪਸ਼ਨ ਸੀ ਹੈ ਸਰਦਾਰ ਪਟੇਲ, ਆਪਸ਼ਨ ਡੀ ਹੈ ਰਜਿੰਦਰ ਪ੍ਰਸਾਦ। ਜੋ ਵੀ ਕੁਐਸਚਨ ਵਿੱਚ ਡਾਊਟ ਹੈ ਉਹ ਇੱਕ ਵਾਰੀ ਨੋਟ ਕਰ ਲਓ, ਬਾਅਦ ਚ ਦੱਸਾਂਗੇ। ਡੀ ਆ ਰਿਹਾ ਔਰ ਬੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ SK ਧਰ ਜੋ ਸੀ ਉਹ ਭਾਸ਼ਾਈ ਪ੍ਰਾਂਤ ਆਯੋਗ ਦੇ ਪ੍ਰਧਾਨ ਸੀ ਔਰ ਇਸ ਦਾ ਗਠਨ ਕਦੋਂ ਹੋਇਆ? ਜੂਨ 1948 ਦੇ ਵਿੱਚ। ਜੂਨ 1948 ਦੇ ਵਿੱਚ ਭਾਸ਼ਾਈ ਪ੍ਰਾਂਤ ਆਯੋਗ ਦਾ ਗਠਨ ਹੋਇਆ ਔਰ ਇਸ ਦੇ ਪ੍ਰਧਾਨ ਜੋ ਸੀ SK ਧਰ ਸੀ। ਠੀਕ ਹੈ, ਇਹਨਾਂ ਨੇ ਕੀ ਕੀਤਾ? ਆਯੋਗ ਨੇ ਭਾਸ਼ਾ ਦੀ ਜਗ੍ਹਾ ਪ੍ਰਸ਼ਾਸਨਿਕ ਸੁਵਿਧਾ ਦੇ ਅਨੁਸਾਰ ਜੋ ਹੈ ਰਾਜਾਂ ਦੇ ਗਠਨ ਦੀ ਸਿਫਾਰਿਸ਼ ਕੀਤੀ ਸੀ। ਇਸ ਨੇ ਨਕਾਰ ਦਿੱਤਾ ਸੀ ਕਿ ਭਾਸ਼ਾਵਾਂ ਦੇ ਆਧਾਰ ਤੇ ਪ੍ਰਾਂਤਾਂ ਦਾ ਗਠਨ ਨਾ ਹੋਏ। ਵੀ ਦਾ ਮਤਲਬ ਹੈ ਜੋ ਹੈ ਪੱਟਾ ਸੀਤਾਰਮਈਆ ਔਰ ਪੀ ਦਾ ਮਤਲਬ ਹੈ ਸਰਦਾਰ ਪਟੇਲ। ਠੀਕ ਹੈ, ਰਜਿੰਦਰ ਪ੍ਰਸਾਦ ਇਸ ਦੇ ਮੈਂਬਰ ਨਹੀਂ ਸੀ ਔਰ ਇਸ ਦਾ ਗਠਨ ਹੋਇਆ ਸੀ 1948 ਦੇ ਵਿੱਚ। ਠੀਕ ਹੈ, ਨੈਕਸਟ ਕੁਐਸਚਨ ਹੈ ਸਭ ਤੋਂ ਪਹਿਲੇ ਭਾਸ਼ਾਵਾਂ ਦੇ ਆਧਾਰ ਉੱਤੇ ਰਾਜ ਬਣਿਆ। ਆਪਸ਼ਨ ਏ ਹੈ ਪੰਜਾਬ, ਆਪਸ਼ਨ ਬੀ ਹੈ ਬੰਗਾਲ, ਆਪਸ਼ਨ ਸੀ ਹੈ ਆਂਧਰਾ ਪ੍ਰਦੇਸ਼, ਆਪਸ਼ਨ ਡੀ ਹੈ ਅਸਾਮ। ਸਭ ਤੋਂ ਪਹਿਲਾ ਭਾਸ਼ਾ ਦੇ ਆਧਾਰ ਤੇ ਜੋ ਹੈ ਲੈਂਗੁਏਜ ਦੇ ਆਧਾਰ ਤੇ ਜੋ ਪ੍ਰਾਂਤ ਬਣਿਆ ਕਿਹੜਾ ਸੀ? ਸੀ ਆ ਰਿਹਾ ਜਪਮਨਪ੍ਰੀਤ ਦਾ ਇਹ ਆਇਆ। ਅੱਛਾ, ਆਪਾਂ ਪੰਜਾਬ ਵਿੱਚ ਰਹਿੰਦੇ ਆ ਤਾਂ ਪੰਜਾਬ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਜੋ ਹੈ ਉਹ ਆਪਸ਼ਨ ਸੀ ਹੈ ਆਂਧਰਾ ਪ੍ਰਦੇਸ਼ ਜੋ ਹੈ ਸਭ ਤੋਂ ਪਹਿਲਾਂ ਭਾਸ਼ਾ ਦੇ ਆਧਾਰ ਤੇ ਜੋ ਹੈ ਰਾਜ ਬਣਿਆ ਸੀ। ਕਦੋਂ ਬਣਿਆ? 1953 ਦੇ ਵਿੱਚ, 1953 ਦੇ ਵਿੱਚ। ਕੀ ਹੋਇਆ ਕਿ ਪੋਟੀ ਸ਼੍ਰੀ ਰਾਮਲੂ ਜੋ ਸੀ ਉਹਨਾਂ ਨੇ 56 ਦਿਨ ਦੀ ਹੜਤਾਲ ਕੀਤੀ ਤੇ ਉਹਨਾਂ ਦੀ ਉਹ ਹੜਤਾਲ ਦੇ ਵਿੱਚ ਮੌਤ ਹੋ ਗਈ ਔਰ ਉਹ ਕਾਂਗਰਸ ਦੇ ਜੋ ਇੱਕ ਵਰਕਰ ਸੀ, ਜਿਸ ਕਰਕੇ ਕਾਫੀ ਸਾਰਾ ਜੋ ਹੈ ਆਂਧਰਾ ਪ੍ਰਦੇਸ਼ ਵਾਲੇ ਏਰੀਏ ਦੇ ਵਿੱਚ ਜੋ ਹੈ ਵਿਰੋਧ ਹੋਣਾ ਸ਼ੁਰੂ ਹੋ ਗਿਆ। ਹਥਿਆਰਬੰਦ ਵਿਰੋਧ ਹੋਣਾ ਮਤਲਬ ਹਿੰਸਕ ਵਿਰੋਧ ਹੋਣਾ ਸ਼ੁਰੂ ਹੋ ਗਿਆ ਔਰ ਸਰਕਾਰ ਨੇ ਕੀ ਕੀਤਾ? ਆਂਧਰਾ ਪ੍ਰਦੇਸ਼ ਰਾਜ ਦੀ ਸਥਾਪਨਾ ਕੀਤੀ। ਨੈਕਸਟ ਕੁਐਸਚਨ ਹੈ ਫਜ਼ਲ ਅਲੀ ਆਯੋਗ ਦਾ ਗਠਨ ਕਦੋਂ ਹੋਇਆ? ਆਪਸ਼ਨ ਏ ਹੈ ਨਵੰਬਰ 1953, ਆਪਸ਼ਨ ਬੀ ਹੈ ਦਸੰਬਰ 1953, ਆਪਸ਼ਨ ਸੀ ਹੈ ਮਾਰਚ 1953, ਆਪਸ਼ਨ ਡੀ ਹੈ ਸਤੰਬਰ 1953। ਫਜ਼ਲ ਅਲੀ ਆਯੋਗ ਦਾ ਗਠਨ ਕਦੋਂ ਹੋਇਆ? ਸੀ ਆ ਰਿਹਾ ਆਨਸਰ ਮੋਸਟਲੀ ਸਭ ਦਾ ਹੀ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ ਦਸੰਬਰ 1953 ਦੇ ਵਿੱਚ। ਨੈਕਸਟ ਕੁਐਸਚਨ ਹੈ ਫਜ਼ਲ ਅਲੀ ਆਯੋਗ ਦੇ ਕਿੰਨੇ ਮੈਂਬਰ ਸੀ? ਆਪਸ਼ਨ ਏ ਹੈ 3, ਆਪਸ਼ਨ ਬੀ ਹੈ 5, ਆਪਸ਼ਨ ਸੀ ਹੈ 2, ਆਪਸ਼ਨ ਡੀ ਹੈ 10। ਜੋ ਫਜ਼ਲ ਅਲੀ ਕਮਿਸ਼ਨ ਸੀ ਉਸ ਦੇ ਕਿੰਨੇ ਮੈਂਬਰ ਸੀ? ਇਹ ਆ ਰਿਹਾ ਮੋਸਟਲੀ ਸਭ ਦਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਏ 3 ਮੈਂਬਰ ਸੀ। ਚੇਅਰਮੈਨ ਜੋ ਸੀ ਉਹ ਫਜ਼ਲ, ਇਸ ਲਈ ਇਹਦਾ ਨਾਮ ਵੀ ਫਜ਼ਲ ਅਲੀ ਆਯੋਗ ਰੱਖਿਆ ਗਿਆ। ਬਾਕੀ 2 ਮੈਂਬਰ ਸੀ
KN ਪਨਿਕਰ ਔਰ HN ਕੁੰਜਰੂ, ਇਹ ਦੋ ਮੈਂਬਰ ਸੀ ਬਾਕੀ। ਨੈਕਸਟ ਕੁਐਸਚਨ ਹੈ ਰਾਜ ਪੁਨਰਗਠਨ ਐਕਟ ਕਦੋਂ ਲਾਗੂ ਹੋਇਆ? ਆਪਸ਼ਨ ਏ ਹੈ 1956, ਆਪਸ਼ਨ ਬੀ ਹੈ 1950, ਆਪਸ਼ਨ ਸੀ ਹੈ 1953, ਆਪਸ਼ਨ ਡੀ ਹੈ 1947। ਉੱਨੀ ਸੌ 56 ਆਇਆ ਗਗਨਦੀਪ ਦਾ, ਮਣੀ ਦਾ ਵੀ, ਪ੍ਰੀ ਸ਼ਰਮਾ ਦਾ ਵੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਏ ਹੈ 1956 ਦੇ ਵਿੱਚ ਹੋਇਆ ਜੋ ਹੈ ਲਾਗੂ। ਇਸ ਨੇ ਕੀ ਕੀਤਾ 14 ਸਟੇਟ ਦੀਆਂ ਔਰ 6 ਯੂਨੀਅਨ ਟੈਰੀਟਰੀ ਦੇ ਬਾਰੇ ਜੋ ਹੈ ਸਿਫਾਰਿਸ਼ ਕੀਤੀ, ਲੇਕਿਨ ਕੀ ਹੋਇਆ ਸਰਕਾਰ ਨੇ 16 ਸਟੇਟ ਬਣਾਈਆਂ ਔਰ 3 ਯੂਨੀਅਨ ਟੈਰੀਟਰੀ ਬਣਾਈਆਂ। ਨੈਕਸਟ ਕੁਐਸਚਨ ਹੈ ਨਵੇਂ ਪੰਜਾਬ ਦਾ ਗਠਨ ਕਦੋਂ ਹੋਇਆ? ਆਪਸ਼ਨ ਏ ਹੈ 1956, ਆਪਸ਼ਨ ਬੀ ਹੈ 1966, ਆਪਸ਼ਨ ਸੀ ਹੈ 1976, ਆਪਸ਼ਨ ਡੀ ਹੈ 1978। ਬੀ ਆ ਰਿਹਾ ਮੋਸਟਲੀ 1 ਨਵੰਬਰ 1966 ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ 1966 ਦੇ ਵਿੱਚ ਨਵੇਂ ਪੰਜਾਬ ਦਾ ਗਠਨ ਹੋਇਆ, ਜਿਸ ਵਿੱਚੋਂ ਹਰਿਆਣਾ ਔਰ ਹਿਮਾਚਲ ਪ੍ਰਦੇਸ਼ ਦੇ ਨਾਲ ਚੰਡੀਗੜ੍ਹ ਅਲੱਗ ਹੋਏ। ਨੈਕਸਟ ਕੁਐਸਚਨ ਹੈ ਕਿਸ ਆਯੋਗ ਦੀ ਸਿਫਾਰਿਸ਼ ਤੇ ਪੰਜਾਬ ਦੀ ਭਾਸ਼ਾ ਦੇ ਆਧਾਰ ਤੇ ਵੰਡ ਹੋਈ? ਆਪਸ਼ਨ ਏ ਹੈ ਫਜ਼ਲ ਅਲੀ ਆਯੋਗ, ਆਪਸ਼ਨ ਬੀ ਹੈ ਸ਼ਾਹ ਆਯੋਗ, ਆਪਸ਼ਨ ਸੀ ਹੈ ਰਹਿਮਤ ਅਲੀ ਆਯੋਗ, ਆਪਸ਼ਨ ਡੀ ਹੈ ਨਹਿਰੂ ਆਯੋਗ। ਸ਼ਾਹ ਆ ਰਿਹਾ, ਬੀ ਆ ਰਿਹਾ ਮੋਸਟਲੀ ਸਭ ਦਾ, ਏ ਵੀ ਆਇਆ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਸ਼ਾਹ ਆਯੋਗ ਤੇ ਕੀ ਹੋਇਆ ਕਿ ਪੰਜਾਬ ਦੀ ਜੋ ਹੈ ਭਾਸ਼ਾ ਦੇ ਆਧਾਰ ਤੇ 1966 ਦੇ ਵਿੱਚ ਵੰਡ ਹੋਈ। ਇਸ ਤੋਂ ਬਾਅਦ ਹੈ ਟੌਪਿਕ ਸਿਟੀਜ਼ਨਸ਼ਿਪ, ਮਤਲਬ ਨਾਗਰਿਕਤਾ। ਸੋ ਪਹਿਲਾਂ ਜੋ ਹੈ ਯੂਨੀਅਨ ਐਂਡ ਇਟਸ ਟੈਰੀਟਰੀ ਦੇ ਵਿੱਚ ਕਿਸੇ ਨੂੰ ਕੋਈ ਡਾਊਟ ਹੈ ਤਾਂ ਉਹ ਪੁੱਛ ਸਕਦਾ, ਫਿਰ ਆਪਾਂ ਸਟਾਰਟ ਕਰਦੇ ਹਾਂ ਸਿਟੀਜ਼ਨਸ਼ਿਪ, ਉਸ ਤੋਂ ਬਾਅਦ ਕਰੰਟ ਅਫੇਅਰ। ਹਾਂਜੀ ਕੋਈ ਡਾਊਟ ਹੈਂਡ ਰੇਜ਼ ਕਰ ਲਿਓ ਪਲੀਜ਼। ਹਾਂਜੀ ਮਨਦੀਪ ਸਿੰਘ। ਸਰ ਸੰਵਿਧਾਨ ਦੇ ਵੈਸੇ ਟੋਟਲ ਆਰਟੀਕਲ 448 ਨੇ ਨਾ ਵੀਰੇ ਉਹ ਟੌਪਿਕ ਹੀ ਨਹੀਂ ਹੈ ਨਾ, ਪਲੀਜ਼ ਟੌਪਿਕ ਨੂੰ ਲੈ ਕੇ ਹੀ ਪੁੱਛੋ। ਪ੍ਰੀ ਸ਼ਰਮਾ ਹਾਂਜੀ, ਫਿਰ ਅਦਰਵਾਈਜ਼ ਮੈਨੂੰ ਡਿਟੇਲ ਵਿੱਚ ਦੱਸਣਾ ਪਏਗਾ ਕਿ ਕਿਹੜੇ ਕਨਸਟੀਟਿਊਸ਼ਨ ਅਮੈਂਡਮੈਂਟ ਦੇ ਵਿੱਚ ਕਿਹੜਾ ਆਰਟੀਕਲ ਆਇਆ। ਸੋ ਪਲੀਜ਼ ਟੌਪਿਕ ਨੂੰ ਲੈ ਕੇ ਹੀ ਪੁੱਛੋ। ਰਤਿੰਦਰ ਕੌਰ ਮਾਈਕ ਆਪਣਾ ਮਿਊਟ ਕਰ ਲਓ, ਅਦਰਵਾਈਜ਼ ਮੈਨੂੰ ਰਿਮੂਵ ਕਰਨਾ ਪਏ। ਕੁਐਸਚਨ 3 ਨੰਬਰ ਕਿਹਾ ਸੀ ਨਾ ਆਰਟੀਕਲ 1 ਦੇ ਅਨੁਸਾਰ ਭਾਰਤੀ ਖੇਤਰ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ? 3 ਭਾਗਾਂ ਦੇ ਵਿੱਚ ਵੰਡਿਆ ਗਿਆ। ਪਹਿਲਾ ਹੈ ਸਟੇਟ, ਦੂਸਰਾ ਹੈ ਯੂਨੀਅਨ ਟੈਰੀਟਰੀ, ਤੀਸਰਾ ਹੈ ਜੋ ਕਿਸੇ ਵੀ ਸਮੇਂ ਭਾਰਤ ਜੋ ਹੈ ਕਿਸੇ ਖੇਤਰ ਦੇ ਵਿੱਚ ਕਬਜ਼ਾ ਕਰਦਾ ਹੈ ਜਾਂ ਉਹਨੂੰ ਪੱਟੇ ਦੇ ਵਿੱਚ ਲੈਂਦਾ ਹੈ ਜਾਂ ਲੀਜ਼ ਦੇ ਵਿੱਚ ਲੈਂਦਾ ਹੈ, ਮਤਲਬ ਠੀਕ ਹੈ ਉਹ ਖੇਤਰ ਆ ਜਾਂਦੇ ਆ। ਹਾਂਜੀ ਅਮਰਜੋਤ ਕੌਰ। ਜੇਵੀਪੀ ਸਮਿਤੀ ਹੈ 10 ਨੰਬਰ ਦਾ। ਕਹਿੰਦੀ ਜੇਵੀਪੀ ਜਿਹੜੇ ਮੈਂਬਰ ਸੀ ਨਾ ਉਹਨਾਂ ਦੇ ਨਾਮ ਦੇ ਪਹਿਲੇ ਅੱਖਰ ਬਣਾਇਆ ਗਿਆ ਸੀ। ਜੇਵੀਪੀ ਦਾ ਮਤਲਬ ਜੋ ਹੈ, ਜੇ ਦਾ ਮਤਲਬ ਇੱਥੇ ਜਵਾਹਰ ਲਾਲ ਨਹਿਰੂ, ਵੀ ਦਾ ਮਤਲਬ ਵੱਲਭ ਭਾਈ ਪਟੇਲ ਔਰ ਪੀ ਦਾ ਮਤਲਬ ਪੱਟਾ ਸੀਤਾ ਰਮਈਆ। ਹੋਰ ਕਿਸੇ ਦਾ ਕੋਈ ਡਾਊਟ ਹੈ? ਅਦਰਵਾਈਜ਼ ਕਰੀਏ ਸਿਟੀਜ਼ਨਸ਼ਿਪ। ਉਹਦਾ ਗਠਨ ਹੋਇਆ ਸੀ ਦਸੰਬਰ 1953 ਦੇ ਵਿੱਚ। ਉਹਨੇ ਰਿਪੋਰਟ ਦਿੱਤੀ ਸੀ 1955 ਦੇ ਵਿੱਚ। ਉਹਨੇ ਹੀ ਸਿਫਾਰਿਸ਼ ਕੀਤੀ ਸੀ ਕਿ ਰਾਜਾਂ ਦਾ ਗਠਨ ਜੋ ਹੈ ਭਾਸ਼ਾ ਦੇ ਆਧਾਰ ਤੇ ਹੋਏ, ਲੇਕਿਨ ਉਹਨੇ ਇਹ ਕਿਹਾ ਸੀ ਕਿ
ਕਿਸੇ ਵੀ ਇੱਕ ਪ੍ਰਾਂਤ ਦਾ ਇਸ ਆਧਾਰ ਤੇ ਗਠਨ ਨਾ ਹੋਏ ਕਿ ਉੱਥੇ ਇਹੀ ਪਾਰਟਿਕੂਲਰ ਜੋ ਹੈ ਲੈਂਗੁਏਜ ਬੋਲੀ ਜਾਂਦੀ ਹੈ। ਉਸਨੇ ਕਿਹਾ ਸੀ ਕਿ ਦੇਸ਼ ਦੀ ਏਕਤਾ ਅਖੰਡਤਾ ਨੂੰ, ਹਾਂ, ਉਸਨੇ ਇਹ ਵੀ ਕਿਹਾ ਸੀ ਕਿ ਦੇਸ਼ ਦੀ ਏਕਤਾ ਅਖੰਡਤਾ ਨੂੰ ਪਹਿਲ ਦਿੱਤੀ ਹੈ। ਸੋ ਸਟਾਰਟ ਕਰਦੇ ਹਾਂ ਸਿਟੀਜ਼ਨਸ਼ਿਪ। ਮਾਈਕ ਸਭ ਦੇ ਫਿਰ ਤੋਂ ਮਿਊਟ ਹੋਣ ਲੱਗਿਆ। ਸਿਟੀਜ਼ਨਸ਼ਿਪ ਦਾ ਪਹਿਲਾ ਕੁਐਸਚਨ ਹੈ, ਸੰਵਿਧਾਨ ਦੇ ਕਿਸ ਭਾਗ ਵਿੱਚ ਨਾਗਰਿਕਤਾ ਬਾਰੇ ਜਾਣਕਾਰੀ ਮਿਲਦੀ ਹੈ? ਨਾਗਰਿਕਤਾ ਨੂੰ ਪਹਿਲਾਂ ਹੀ ਮੈਂ ਟਰਾਂਸਲੇਟ ਕਰ ਦਿੱਤਾ ਹੈ, ਉਹਨੂੰ ਸਿਟੀਜ਼ਨਸ਼ਿਪ ਕਹਿੰਦੇ ਆ। ਆਪਸ਼ਨ ਏ ਹੈ ਭਾਗ 1, ਆਪਸ਼ਨ ਬੀ ਹੈ ਭਾਗ 4, ਆਪਸ਼ਨ ਸੀ ਹੈ ਭਾਗ 3, ਆਪਸ਼ਨ ਬੀ ਹੈ ਭਾਗ 2। ਇਹ ਆ ਰਿਹਾ, ਫਿਰ ਵੀ ਆਨਸਰ ਆ ਰਿਹਾ ਹੈ ਡੀ ਵੀ ਆ ਰਿਹਾ। ਭਾਗ 1 ਤਾਂ ਆਨਸਰ ਨਹੀਂ ਹੈਗਾ, ਇਸ ਦਾ ਰਾਈਟ ਆਨਸਰ ਹੈ ਭਾਗ 2। ਭਾਗ ਦੇ 1 ਦੇ ਵਿੱਚ ਤਾਂ ਯੂਨੀਅਨ ਐਂਡ ਇਟਸ ਟੈਰੀਟਰੀ ਦੇ ਬਾਰੇ, ਮਤਲਬ ਸੰਘ ਔਰ ਉਸ ਦੇ ਖੇਤਰ ਦੇ ਬਾਰੇ ਜਾਣਕਾਰੀ ਮਿਲਦੀ ਹੈ। ਭਾਗ 2 ਦੇ ਵਿੱਚ ਆਪਾਂ ਨੂੰ ਸਿਟੀਜ਼ਨਸ਼ਿਪ ਦੇ ਬਾਰੇ ਜਾਣਕਾਰੀ ਮਿਲਦੀ ਹੈ। ਠੀਕ ਹੈ, ਆਰਟੀਕਲ 5 ਤੋਂ ਲੈ ਕੇ 11 ਤੱਕ, ਆਰਟੀਕਲ 5 ਤੋਂ ਲੈ ਕੇ 11 ਤੱਕ ਜੋ ਹੈ ਸਿਟੀਜ਼ਨਸ਼ਿਪ ਬਾਰੇ ਦੱਸਿਆ ਗਿਆ। ਠੀਕ ਹੈ, ਭਾਗ 3 ਦੇ ਵਿੱਚ ਫੰਡਾਮੈਂਟਲ ਰਾਈਟ, ਭਾਗ 4 ਦੇ ਵਿੱਚ ਡੀਪੀਐਸਪੀ ਦੇ ਬਾਰੇ ਜਾਣਕਾਰੀ ਮਿਲਦੀ ਹੈ। ਨੈਕਸਟ ਕੁਐਸਚਨ ਹੈ, ਨਾਗਰਿਕਤਾ ਸੰਬੰਧੀ ਵਿਸ਼ਿਆਂ ਉੱਪਰ ਕਾਨੂੰਨ ਬਣਾ ਸਕਦੀ ਹੈ? ਆਪਸ਼ਨ ਏ ਹੈ ਸੰਸਦ, ਆਪਸ਼ਨ ਬੀ ਹੈ ਵਿਧਾਨ ਸਭਾ, ਆਪਸ਼ਨ ਸੀ ਹੈ ਦੋਨੋਂ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਪਾਰਲੀਮੈਂਟ ਆ ਰਿਹਾ, ਇਹ ਆ ਰਿਹਾ, ਰਾਜਵਿੰਦਰ ਸਿੰਘ ਦਾ ਸੀ ਆਇਆ, ਬਾਕੀ ਸਭ ਦਾ ਇਹ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਏ, ਪਾਰਲੀਮੈਂਟ ਹੀ ਸਿਰਫ ਸਿਟੀਜ਼ਨਸ਼ਿਪ ਦੇ ਉੱਪਰ ਕਾਨੂੰਨ ਬਣਾ ਸਕਦੀ ਹੈ, ਕਿਉਂਕਿ ਭਾਰਤ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈ। ਨੈਕਸਟ ਕੁਐਸਚਨ ਹੈ, ਕਿਸ ਆਰਟੀਕਲ ਅਨੁਸਾਰ ਉਹ ਆਦਮੀ ਭਾਰਤ ਦਾ ਨਾਗਰਿਕ ਨਹੀਂ ਮੰਨਿਆ ਜਾਂਦਾ ਜੋ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲੈਂਦਾ ਹੈ? ਆਪਸ਼ਨ ਏ ਆਰਟੀਕਲ 5, ਆਪਸ਼ਨ ਬੀ ਆਰਟੀਕਲ 7, ਆਪਸ਼ਨ ਸੀ ਆਰਟੀਕਲ 9, ਆਪਸ਼ਨ ਡੀ ਹੈ ਆਰਟੀਕਲ 11। ਮਤਲਬ ਜੇ ਕੋਈ ਬੰਦਾ ਕਿਸੇ ਦੂਸਰੀ ਕੰਟਰੀ ਦੀ ਨਾਗਰਿਕਤਾ ਪ੍ਰਾਪਤ ਕਰ ਲੈਂਦਾ ਹੈ ਤਾਂ ਕਿਸ ਆਰਟੀਕਲ ਦੇ ਅਕੋਰਡਿੰਗ ਉਹ ਭਾਰਤ ਦਾ ਸਿਟੀਜ਼ਨ ਨਹੀਂ ਮੰਨਿਆ ਜਾਏਗਾ? ਆਰਟੀਕਲ 9 ਆਇਆ ਗਗਨਦੀਪ ਕੌਰ ਦਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ, ਆਰਟੀਕਲ 9 ਦੇ ਅਕੋਰਡਿੰਗ ਜੋ ਹੈ ਉਹ ਭਾਰਤ ਦਾ ਨਾਗਰਿਕ ਨਹੀਂ ਮੰਨਿਆ ਜਾਏਗਾ। ਨੈਕਸਟ ਕੁਐਸਚਨ ਹੈ, ਕਿਸ ਆਰਟੀਕਲ ਅਨੁਸਾਰ ਸੰਸਦ ਨਾਗਰਿਕਤਾ ਸੰਬੰਧੀ ਕਾਨੂੰਨ ਬਣਾ ਸਕਦੀ ਹੈ? ਆਪਸ਼ਨ ਏ ਆਰਟੀਕਲ 5, ਆਪਸ਼ਨ ਬੀ ਆਰਟੀਕਲ 7, ਆਪਸ਼ਨ ਸੀ ਆਰਟੀਕਲ 9, ਆਪਸ਼ਨ ਡੀ ਆਰਟੀਕਲ 11। ਆਰਟੀਕਲ 11 ਗਗਨਦੀਪ ਕੌਰ ਦਾ ਆਇਆ, ਅਮਨ ਸੇਤੀਆ ਦਾ ਬੀ, ਕਿੱਟੂ ਦਾ ਡੀ, ਸੰਦੀਪ ਸਿੰਘ ਦਾ ਵੀ ਡੀ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ, ਆਰਟੀਕਲ 11 ਦੇ ਅਕੋਰਡਿੰਗ ਜੋ ਹੈ ਪਾਰਲੀਮੈਂਟ ਨਾਗਰਿਕਤਾ ਸੰਬੰਧੀ ਕੋਈ ਵੀ ਲਾਅ ਬਣਾ ਸਕਦੀ ਹੈ, ਜਿਵੇਂ ਹਾਲ ਹੀ ਦੇ ਵਿੱਚ CAA ਚਰਚਾ ਦਾ ਵਿਸ਼ਾ ਰਿਹਾ ਹੈ। ਆਪਸ਼ਨ ਏ, ਨੈਕਸਟ ਕੁਐਸਚਨ ਹੈ, ਸੰਸਦ ਨੇ ਨਾਗਰਿਕਤਾ ਐਕਟ ਕਦੋਂ ਬਣਾਇਆ? ਆਪਸ਼ਨ ਏ ਹੈ 1947, ਆਪਸ਼ਨ ਬੀ ਹੈ 1950, ਆਪਸ਼ਨ ਸੀ ਹੈ 1955, ਆਪਸ਼ਨ ਡੀ ਹੈ 1976। 1955 ਆ ਰਿਹਾ, ਸਾਕਸ਼ੀ ਸ਼ਰਮਾ ਦਾ ਸੀ, ਜਸ਼ਨਦੀਪ ਦਾ ਡੀ। ਕਰੈਕਟ ਆंसर कैसे पता चलेगा सर? करैक्ट मैं बोल रहा ना अनीता, पिछले दा करैक्ट सी आर्टिकल 11। सो इस दा राइट आंसर जो है ऑप्शन सी है। 1955 ਦੇ ਵਿੱਚ ਪਾਰਲੀਮੈਂਟ ਨੇ ਸਿਟੀਜ਼ਨਸ਼ਿਪ ਦੇ ਉੱਪਰ ਐਕਟ ਬਣਾਇਆ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਹੈ, ਨਾਗਰਿਕਤਾ ਐਕਟ 1955 ਨਾਗਰਿਕਤਾ ਪ੍ਰਾਪਤ ਕਰਨ ਲਈ ਕਿੰਨੀਆਂ ਸ਼ਰਤਾਂ ਬਾਰੇ ਦੱਸਦਾ ਹੈ? ਆਪਸ਼ਨ ਏ ਹੈ 10, ਆਪਸ਼ਨ ਬੀ ਹੈ 7, ਆਪਸ਼ਨ ਸੀ ਹੈ 5, ਆਪਸ਼ਨ ਡੀ ਹੈ 4। ਅਕੋਰਡਿੰਗ ਟੂ ਸਿਟੀਜ਼ਨਸ਼ਿਪ ਐਕਟ 1955 ਕਿੰਨੀਆਂ ਜੋ ਹੈ ਸ਼ਰਤਾਂ ਤੈਅ ਕੀਤੀਆਂ ਗਈਆਂ, ਕੋਈ ਵੀ ਬੰਦਾ ਜੋ ਹੈ ਸਿਟੀਜ਼ਨਸ਼ਿਪ ਪ੍ਰਾਪਤ ਕਰ ਸਕਦਾ ਹੈ। 4 ਆਂਸਰ ਆ ਰਿਹਾ, ਸੀ ਵੀ ਆ ਰਿਹਾ। ਸੋ ਇਸ ਦਾ ਰਾਈਟ ਆਂਸਰ ਆਪਸ਼ਨ ਸੀ। 5 ਸ਼ਰਤਾਂ ਤੈਅ ਕੀਤੀਆਂ ਗਈਆਂ ਨੇ। ਕਿਹੜੀਆਂ ਕਿਹੜੀਆਂ ਨੇ? ਬਰਥ ਦੇ ਅਕੋਰਡਿੰਗ, ਵੰਸ਼ ਦੇ ਅਕੋਰਡਿੰਗ, ਪੰਜੀਕਰਨ ਕਰਾ ਕੇ, ਪ੍ਰਕਿਰਤੀ ਦੇ ਅਨੁਸਾਰ ਔਰ ਖੇਤਰ ਦੇ ਵਿੱਚ ਸ਼ਾਮਿਲ ਹੋਣ ਤੇ। ਠੀਕ ਹੈ, ਮਤਲਬ ਆਰਟੀਕਲ 2 ਦੇ ਅਕੋਰਡਿੰਗ ਜੇ ਕੋਈ ਖੇਤਰ ਭਾਰਤ ਦੇ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਉਹ ਵੀ ਉਸ ਦੇ ਵਿੱਚ ਰਹਿਣ ਵਾਲੇ ਜੋ ਨਾਗਰਿਕ ਹੋਣਗੇ ਉਹ ਭਾਰਤ ਦੇ ਆਟੋਮੈਟਿਕ ਨਾਗਰਿਕ ਬਣ ਜਾਣਗੇ।
ਸੋ ਹੁਣ ਕਰੰਟ ਅਫੇਅਰ ਸਟਾਰਟ ਹੋਣ ਲੱਗੇ ਆ। ਕਰੰਟ ਅਫੇਅਰ ਦਾ ਫਰਸਟ ਕੁਐਸਚਨ ਹੈ, ਦਾਇਮਰ ਭਾਸ਼ਾ ਡੈਮ ਕਿਸ ਨਦੀ ਤੇ ਬਣਾਇਆ ਜਾ ਰਿਹਾ ਹੈ? ਆਪਸ਼ਨ ਏ ਹੈ ਸਤਲੁਜ, ਆਪਸ਼ਨ ਬੀ ਹੈ ਸਿੰਧੂ, ਆਪਸ਼ਨ ਸੀ ਹੈ ਗੰਗਾ, ਆਪਸ਼ਨ ਡੀ ਹੈ ਕੋਸੀ। ਸਤਲੁਜ ਆਇਆ ਰਿੰਕੂ ਬਾਲਾ ਦਾ ਆਨਸਰ ਏ ਆਇਆ, ਸਭ ਦਾ ਹੀ ਏ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ, ਸਿੰਧੂ ਨਦੀ ਤੇ ਇਹ ਬਣਾਇਆ ਜਾ ਰਿਹਾ ਹੈ। ਚੀਨ ਔਰ ਪਾਕਿਸਤਾਨ ਦੇ ਵਿੱਚ ਇੱਕ ਸਮਝੌਤਾ ਆ ਇਸ ਡੈਮ ਨੂੰ ਬਣਾਉਣ ਲਈ, ਔਰ ਇਹ ਕਿਹੜੇ ਖੇਤਰ ਦੇ ਵਿੱਚ ਬਣਾਇਆ ਜਾ ਰਿਹਾ ਹੈ? ਉੱਤਰੀ ਗਿਲਗਿਟ ਬਾਲਟਿਸਤਾਨ ਦੇ ਵਿੱਚ, ਠੀਕ ਹੈ। ਔਰ ਭਾਰਤ ਨੇ ਇਹਦੇ ਉੱਪਰ ਕੜੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ, ਕਿਉਂਕਿ ਇਹ ਇਹਦੇ ਨਾਲ ਕੀ ਹੋ ਰਿਹਾ ਕਿ ਲਦਾਖ ਦੇ ਵਿੱਚ ਪਾਣੀ ਦੀ ਕਮੀ ਜੋ ਹੈ ਉਹ ਹੋ ਸਕਦੀ ਹੈ। ਨੈਕਸਟ ਕੁਐਸਚਨ ਹੈ, ਸੰਯੁਕਤ ਰਾਸ਼ਟਰ ਰਾਹਤ ਐਂਡ ਕਾਰਜ ਏਜੰਸੀ ਕਦੋਂ ਗਠਿਤ ਹੋਈ? ਆਪਸ਼ਨ ਏ ਹੈ ਦਸੰਬਰ 1945, ਆਪਸ਼ਨ ਬੀ ਹੈ ਦਸੰਬਰ 1947, ਆਪਸ਼ਨ ਸੀ ਹੈ ਦਸੰਬਰ 1949, ਆਪਸ਼ਨ ਡੀ ਹੈ ਦਸੰਬਰ 1950। ਮੈਂ ਇੰਗਲਿਸ਼ ਵਿੱਚ ਦੱਸ ਦੇਣਾ ਕਿ ਇਸ ਨੂੰ ਕੀ ਕਿਹਾ ਜਾਂਦਾ ਹੈ, ਯੂਨਾਈਟਿਡ ਨੇਸ਼ਨ ਰਿਲੀਫ ਐਂਡ ਵਰਕ ਏਜੰਸੀ, ਮਤਲਬ UNRWA, ਯੂਨਾਈਟਿਡ ਨੇਸ਼ਨ ਰਿਲੀਫ ਐਂਡ ਵਰਕ ਏਜੰਸੀ। 1950 ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ, ਦਸੰਬਰ 1949 ਦੇ ਵਿੱਚ ਇਸ ਦਾ ਗਠਨ ਹੋਇਆ UN ਦੇ ਦੁਆਰਾ, ਯੂਨਾਈਟਿਡ ਨੇਸ਼ਨ ਦੇ ਦੁਆਰਾ ਇਸ ਦਾ ਗਠਨ ਕੀਤਾ ਗਿਆ। ਇਹ ਚਰਚਾ ਦਾ ਵਿਸ਼ਾ ਕਿਉਂ ਰਿਹਾ? ਕਿਉਂਕਿ ਭਾਰਤ ਨੇ 2 ਮਿਲੀਅਨ ਅਮਰੀਕੀ ਡਾਲਰ ਇਸ ਦੇ ਵਿੱਚ ਜੋ ਹੈ ਡਿਪੋਜ਼ਿਟ ਕੀਤੇ ਆ, 2 ਮਿਲੀਅਨ ਡਾਲਰ ਅਮਰੀਕੀ। ਨੈਕਸਟ ਕੁਐਸਚਨ ਹੈ, ਚੈਂਪੀਅਨ ਪੋਰਟਲ ਦੀ ਸ਼ੁਰੂਆਤ ਕਿਸ ਮੰਤਰਾਲੇ ਨੇ ਕੀਤੀ? ਆਪਸ਼ਨ ਏ ਹੈ ਡਿਫੈਂਸ ਮਿਨਿਸਟਰੀ, ਆਪਸ਼ਨ ਬੀ ਹੈ MSME, ऑप्शन सी है स्पोर्ट मिनिस्ट्री, ऑप्शन डी है होम मिनिस्ट्री। अनीता मैं बोल रहा हूं ना, राइट आंसर बोल रहा हूं मैं कि कौन सा राइट आंसर है। सी आ रहा मोस्टली आंसर। सो इज द राइट आंसर जो है ऑप्शन बी है, MSME मिनिस्ट्री ने इसकी शुरुआत की थी। MSME की फुल फॉर्म की है माइक्रो स्मॉल एंड मीडियम एंटरप्राइज, माइक्रो स्मॉल एंड मीडियम एंटरप्राइज, ठीक है। इसने इसकी शुरुआत क्यों की थी चैंपियन पोर्टल दी, ताकि उत्पादन और राष्ट्रीय शक्ति जो है वधाई जा सके। सो इज द राइट आंसर ऑप्शन बी है। नेक्स्ट क्वेश्चन है, डिजिटल इन इंडिया रिपोर्ट किस द्वारा जारी की गई? ऑप्शन ए है केंद्र सरकार, ऑप्शन बी है IT मिनिस्ट्री, ऑप्शन सी है इंटरनेट एंड मोबाइल एसोसिएशन ऑफ इंडिया, ऑप्शन डी है UN सिक्योरिटी काउंसिल। ए आ रहा और सी आ रहा। जो डिजिटल इन इंडिया रिपोर्ट है किसने जारी की थी? सो इज द राइट आंसर जो है ऑप्शन सी है। ऑप्शन सी इज द राइट आंसर है, इंटरनेट एंड मोबाइल एसोसिएशन ऑफ इंडिया एक NGO है, ठीक है। इसने जो है रिपोर्ट पेश की। ਇਹਦੇ ਵਿੱਚ ਕੀ ਆਇਆ ਰਿਪੋਰਟ ਦੇ ਵਿੱਚ? ਇਸ ਵਿੱਚ ਦੱਸਿਆ ਗਿਆ ਕਿ ਜੋ ਰੂਰਲ ਏਰੀਆ ਹੈ ਉਸ ਦੇ ਵਿੱਚ ਮਤਲਬ ਗ੍ਰਾਮੀਣ ਭਾਰਤ ਦੇ ਵਿੱਚ ਸ਼ਹਿਰੀ ਭਾਰਤ ਨਾਲੋਂ ਲਗਭਗ 10% ਜੋ ਹੈ ਜ਼ਿਆਦਾ ਇੰਟਰਨੈਟ ਉਪਯੋਗਕਰਤਾ ਨੇ ਗ੍ਰਾਮੀਣ ਭਾਰਤ ਦੇ ਵਿੱਚ ਸ਼ਹਿਰੀ ਨਾਲੋਂ। ਨੈਕਸਟ ਕੁਐਸਚਨ ਹੈ, ਉਮੰਗ ਐਪ ਕਦੋਂ ਸ਼ੁਰੂ ਹੋਇਆ? ऑप्शन ए है 2018, ऑप्शन बी है 2017, ऑप्शन सी है 2010, ऑप्शन डी है 2021। 2018 आया, बी आ रहा और ए आ रहा। 2018 ही आ रहा है, बी भी आ रहा। सो इज द राइट आंसर जो है ऑप्शन बी है, 2017 ਦੇ ਵਿੱਚ ਸ਼ੁਰੂ ਹੋਇਆ। ਕਿਸੇ ਨੂੰ ਉਮੰਗ ਦੀ ਫੁੱਲ ਫਾਰਮ ਪਤਾ ਤਾਂ ਦੱਸ ਦਿਓ। ਉਮੰਗ ਦੀ ਫੁੱਲ ਫਾਰਮ ਕੀ ਹੈ? ਜੋ ਉਮੰਗ ਐਪ ਜੋ ਲਾਂਚ ਕੀਤੀ ਗਈ 2017 ਦੇ ਵਿੱਚ, ਉਸ ਦੀ ਫੁੱਲ ਫਾਰਮ ਕੀ ਹੈ?
नहीं पता किसी ਨੂੰ ਸੋ ਮੈਂ ਹੀ ਦੱਸਦਾ ਯੂਨੀਫਾਈਡ ਐਪਲੀਕੇਸ਼ਨ ਫॉर ਨਿਊ ਏਜ ਗਵਰਨੈਂਸ ਉਮੰਗ ਦੀ ਫੁੱਲ ਫਾਰਮ ਹੈ ਯੂਨੀਫਾਈਡ ਮੋਬਾਈਲ ਐਪਲੀਕੇਸ਼ਨ ਫॉर ਨਿਊ ਏਜ ਗਵਰਨੈਂਸ ਠੀਕ ਹੈ ਇਹ ਇਸ ਦੀ ਫੁੱਲ ਫਾਰਮ ਹੈ 2017 ਦੇ ਵਿੱਚ ਸ਼ੁਰੂ ਹੋਇਆ ਔਰ ਇਸ ਐਪ ਤੇ ਲਗਭਗ 127 ਵਿਭਾਗਾਂ 25 ਸਟੇਟ ਔਰ 25 ਸਟੇਟ ਦੀਆਂ 650 ਜੋ ਸੇਵਾਵਾਂ ਨੇ ਉਹ ਉਪਲਬਧ ਨੇ ਸੋ ਕੋਈ ਵੀ ਵਿਅਕਤੀ ਉਮੰਗ ਐਪ ਤੇ ਜਾ ਕੇ ਕੋਈ ਵੀ ਸਟੇਟ ਦੇ ਵਿੱਚ ਕੀ ਸੇਵਾਵਾਂ ਚੱਲ ਰਹੀਆਂ ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਨੈਕਸਟ ਕੁਐਸਚਨ ਹੈ ਕਿਸ ਰਾਜ ਨੇ ਸਭ ਤੋਂ ਪਹਿਲੇ ਖੇਡਾਂ ਨੂੰ ਉਦਯੋਗ ਦਾ ਦਰਜਾ ਦਿੱਤਾ ਆਪਸ਼ਨ ਏ ਹੈ ਪੰਜਾਬ ਆਪਸ਼ਨ ਬੀ ਹੈ ਅਸਾਮ ਆਪਸ਼ਨ ਸੀ ਹੈ ਮੇਘਾਲਿਆ ਆਪਸ਼ਨ ਡੀ ਹੈ ਮਿਜ਼ੋਰਮ ਇਹ ਆ ਰਿਹਾ ਮੋਸਟਲੀ ਆਨਸਰ ਮਿਜ਼ੋਰਮ ਆਇਆ ਜਸ਼ਨਦੀਪ ਦਾ ਅਮਨ ਸੇਤੀਆ ਦਾ ਏ ਮਨੀ ਦਾ ਸੀ ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ ਮਿਜ਼ੋਰਮ ਪਹਿਲੀ ਸਟੇਟ ਹੈ ਜਿਸ ਨੇ ਗੇਮਸ ਨੂੰ ਉਦਯੋਗਾਂ ਦਾ ਦਰਜਾ ਦਿੱਤਾ ਕਿਉਂ ਦਿੱਤਾ ਤਾਂ ਕਿ ਗੇਮਸ ਦੇ ਵਿੱਚ ਨਿਵੇਸ਼ ਜੋ ਹੈ ਇਨਵੈਸਟਮੈਂਟ ਕੀਤੀ ਜਾ ਸਕੇ ਔਰ ਰੋਜ਼ਗਾਰ ਜੋ ਹੈ ਉਸ ਦਾ ਸਿਰਜਣ ਕੀਤਾ ਜਾ ਸਕੇ ਸੋ ਇਸ ਦਾ ਰਾਈਟ ਆਨਸਰ ਆਪਸ਼ਨ ਡੀ ਹੈ ਨੈਕਸਟ ਕੁਐਸਚਨ ਹੈ NCPOR ਦੀ ਫੁੱਲ ਫਾਰਮ ਕੀ ਹੈ ਆਪਸ਼ਨ ਏ ਹੈ ਨੈਸ਼ਨਲ ਕਰਿਕੂਲਮ ਪ੍ਰੋਗਰਾਮ ਆਫ ਰਿਸਰਚ ਆਪਸ਼ਨ ਬੀ ਹੈ ਨੈਸ਼ਨਲ ਸੈਂਟਰ ਆਫ ਪੋਲਰ ਐਂਡ ਓਸ਼ਨ ਰਿਸਰਚ ਆਪਸ਼ਨ ਸੀ ਹੈ ਨੈਸ਼ਨਲ ਸੈਂਟਰ ਫॉर ਪੋਲੀਟੀਕਲ ਐਂਡ ਆਫਿਸਰ ਰਿਪੋਰਟ ਆਪਸ਼ਨ ਡੀ ਹੈ ਨਨ ਆਫ ਥੀਸ ਰਾਜਵਿੰਦਰ ਸਿੰਘ ਦਾ ਸੀ ਆਇਆ ਅਨੀਤਾ ਦਾ ਏ ਬਾਕੀ ਸਭ ਦਾ ਏ ਹੀ ਆ ਰਿਹਾ ਜਸ਼ਨਦੀਪ ਦਾ ਬੀ ਆਇਆ ਅਰਸ਼ਦੀਪ ਕੌਰ ਦਾ ਬੀ ਹੈ Vivo Y20 ਦਾ ਵੀ ਬੀ ਹੈ ਸੋ ਇਸ ਦਾ ਰਾਈਟ ਆਨਸਰ ਜੋ ਹੈ ਆਪਸ਼ਨ ਬੀ ਹੈ NCPOR ਦੀ ਫੁੱਲ ਫਾਰਮ ਹੈ ਨੈਸ਼ਨਲ ਸੈਂਟਰ ਫॉर ਪੋਲਰ ਐਂਡ ਓਸ਼ਨ ਰਿਸਰਚ ਇਹ ਚਰਚਾ ਦਾ ਵਿਸ਼ਾ ਕਿਉਂ ਰਿਹਾ ਇਸ ਨੇ ਇੱਕ ਰਿਸਰਚ ਕੀਤੀ ਇਸ ਨੇ ਕਿਹਾ ਕਿ 2021 ਦੇ ਵਿੱਚ ਜੋ ਅੰਟਾਰਕਟਿਕਾ ਮਹਾਦੀਪ ਹੈ ਉਸ ਦੇ ਵਿੱਚ ਇੱਕ ਅਮੇਰੀ ਆਈਸ ਸ਼ੈਲਫ ਹੈ ਅਮੇਰੀ ਆਈਸ ਸ਼ੈਲਫ ਹੈ ਉਹ ਜੋ ਹੈ ਵੱਧ ਕੇ 24% ਹੋ ਜਾਏਗੀ ਇਸ ਨੇ ਰਿਸਰਚ ਕੀਤੀ ਔਰ ਇਹ ਕਿੱਥੇ ਸਥਿਤ ਹੈ NCPOR ਗੋਆ ਦੇ ਵਿੱਚ ਲੋਕੇਸ਼ਨ ਆ ਜੇ ਤਾਂ ਗੋਆ ਹੈ ਔਰ ਕਿਸ ਮੰਤਰਾਲੇ ਦੇ ਵਿੱਚ ਅਧੀਨ ਹੈ ਧਰਤੀ ਵਿਗਿਆਨ ਮੰਤਰਾਲੇ ਦੇ ਅਧੀਨ NCPOR ਨੈਕਸਟ ਕੁਐਸਚਨ ਹੈ ਲੋਸਟ ਹੋਮ ਰਿਪੋਰਟ ਕਿਸ ਨੇ ਪ੍ਰਕਾਸ਼ਿਤ ਕੀਤੀ ਆਪਸ਼ਨ ਏ ਹੈ ਯੂਨੀਸੈਫ ਆਪਸ਼ਨ ਬੀ ਹੈ WHO ਆਪਸ਼ਨ ਸੀ ਹੈ WTO ਆਪਸ਼ਨ ਡੀ ਹੈ FATF ਲੋਸਟ ਹੋਮ ਰਿਪੋਰਟ ਕਿਸ ਨੇ ਪ੍ਰਕਾਸ਼ਿਤ ਕੀਤੀ ਇੱਥੇ ਗੈਸ ਵਰਕ ਮੈਂ ਦੱਸਾਂਗਾ ਕਿਵੇਂ ਗੈਸ ਵਰਕ ਹੁੰਦਾ ਇਸ ਕੁਐਸਚਨ ਤੇ ਇੱਕ ਵਾਰੀ ਤੁਸੀਂ ਆਨਸਰ ਕਰ ਦਿਓ WTO ਆ ਰਿਹਾ ਮੋਸਟਲੀ B ਔਰ C ਆ ਰਿਹਾ ਸੋ ਇਸ ਦਾ ਰਾਈਟ ਆਨਸਰ ਜੋ ਹੈ ਉਹ ਹੈ ਆਪਸ਼ਨ A ਯੂਨੀਸੈਫ ਨੇ ਇਹ ਰਿਪੋਰਟ ਪੇਸ਼ ਕੀਤੀ ਸੀ ਯੂਨੀਸੈਫ ਦੀ ਫੁੱਲ ਫਾਰਮ ਹੈ ਸੰਯੁਕਤ ਰਾਸ਼ਟਰ ਬਾਲ ਕੋਸ਼ ਮਤਲਬ ਯੂਨਾਈਟਿਡ ਨੇਸ਼ਨ ਚਿਲਡਰਨਸ ਫੰਡ ਇਸ ਨੇ ਇਹ ਰਿਪੋਰਟ ਪੇਸ਼ ਕੀਤੀ ਸੀ WHO ਦੀ ਫੁੱਲ ਫਾਰਮ ਕਿਸੇ ਨੂੰ ਪਤਾ ਹੈ ਔਰ WTO ਔਰ FATF ਤਿੰਨਾਂ ਦੀ ਫੁੱਲ ਫਾਰਮ ਸਿਰਫ ਵਰਲਡ ਅਰਸ਼ਦੀਪ ਕੌਰ ਦਾ ਆਇਆ ਵਰਲਡ ਹੈਲਥ ਆਰਗੇਨਾਈਜੇਸ਼ਨ ਔਰ ਬਾਕੀਆਂ ਦੀ ਵੀ ਦੱਸ ਦਿਓ WTO ਦੀ ਔਰ ਪ੍ਰੀ ਸ਼ਰਮਾ ਦਾ ਆਇਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਔਰ FATF ਦੀ ਫੁੱਲ ਫਾਰਮ ਸੋ WHO ਦੀ ਫੁੱਲ ਫਾਰਮ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ WTO ਦੀ ਫੁੱਲ ਫਾਰਮ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ FATF ਦੀ ਫੁੱਲ ਫਾਰਮ ਹੈ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ
ਇਸ ਦਾ ਮੇਨ ਕੰਮ ਕੀ ਹੈ ਕਿ ਜੋ ਦੇਸ਼ ਆਤੰਕਵਾਦ ਨੂੰ ਫੈਲਾਉਣ ਲਈ ਮਨੀ ਲਾਂਡਰਿੰਗ ਕਰ ਰਿਹਾ ਹੈ ਉਸ ਦੇ ਨਾਲ ਨਿਪਟਣਾ। ਇਸ ਨੇ ਪਾਕਿਸਤਾਨ ਨੂੰ ਗ੍ਰੇ ਸੂਚੀ ਦੇ ਵਿੱਚ ਜੋ ਹੈ ਰੱਖਿਆ ਹੋਇਆ ਹੈ FATF ਨੇ। ਸੋ ਇਹ ਚਰਚਾ ਦਾ ਵਿਸ਼ਾ ਰਹਿੰਦਾ ਹੈ FATF ਹਮੇਸ਼ਾ। FATF ਬਾਰੇ ਜ਼ਰੂਰ ਪੜ੍ਹ ਕੇ ਜਾਇਓ। ਇਸ ਨੇ ਪਾਕਿਸਤਾਨ ਨੂੰ ਗ੍ਰੇ ਸੂਚੀ ਦੇ ਵਿੱਚ, ਗ੍ਰੇ ਲਿਸਟ ਦੇ ਵਿੱਚ ਰੱਖਿਆ ਹੋਇਆ ਹੈ FATF ਨੇ। ਇਸ ਦੀ ਹੁਣ ਮੈਂ ਦੱਸਦਾ ਟ੍ਰਿਕ ਕਿਵੇਂ ਯੂਜ਼ ਹੁੰਦੀ ਹੈ। ਅਗਰ ਤੁਹਾਨੂੰ ਆ ਤਿੰਨਾਂ ਦੇ ਬਾਰੇ ਪਤਾ ਹੈ ਥੋੜਾ ਬਹੁਤ ਵੀ, WTO, WHO ਔਰ FATF ਦਾ ਮਤਲਬ ਕੀ ਹੈ? ਇਹ ਆਤੰਕੀ ਸੰਗਠਨਾਂ ਬਾਰੇ ਜੋ ਹੈ ਰਿਸਰਚ ਕਰਦਾ ਹੈ, ਤਾਂ ਮਤਲਬ ਲੋਸਟ ਹੋਮ ਬਾਰੇ ਰਿਪੋਰਟ ਜੋ ਹੈ ਪੇਸ਼ ਨਹੀਂ ਕਰ ਸਕਦਾ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਿਵੇਂ ਕਰੇਗੀ ਲੋਸਟ ਹੋਮ ਦੇ ਬਾਰੇ? ਇਹਦਾ ਕੰਮ ਤੋਂ ਹੈ ਟ੍ਰੇਡ ਕਰਨਾ। ਲੋਸਟ ਹੋਮ ਦੇ ਵਿੱਚ ਟ੍ਰੇਡ ਦੀ ਗੱਲ ਨਹੀਂ ਕੀਤੀ ਗਈ। WHO ਦੇ ਵਿੱਚ ਹੈਲਥ ਦਾ ਕੰਮ ਹੈ, ਮਤਲਬ ਮੇਨਲੀ ਕੰਮ ਹੈ ਹੈਲਥ ਨੂੰ ਲੈ ਕੇ ਜੋ ਹੈ ਰਿਸਰਚ ਕਰਨਾ। ਸੋ ਇਸ ਦਾ ਰਾਈਟ ਆਨਸਰ ਜੋ ਹੈ UNICEF ਹੀ ਆ ਸਕਦਾ ਸੀ। ਹੁਣ ਕਿਸੇ ਨੂੰ ਕੋਈ ਡਾਊਟ ਹੈ ਤਾਂ ਉਹ ਪੁੱਛ